प्यारे बच्चों, प्यार भरी सत श्री अकाल। मैं रजनीश कुमार, हिस्ट्री ਲੈਕਚਰਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਵਾਲਾ ਅਮਰਕੋਟ 11ਵੀਂ ਕਲਾਸ ਦੇ ਇਸ ਟੌਪਿਕ ਦੇ ਅੰਦਰ ਤੁਹਾਡਾ ਸਵਾਗਤ ਕਰਦਾ ਹਾਂ, ਜਿਸ ਦਾ ਨਾਮ ਹੈ ਸਿੰਧੂ ਘਾਟੀ ਦੀ ਸੱਭਿਅਤਾ। ਇਹ ਟੌਪਿਕ 11ਵੀਂ ਕਲਾਸ ਦੇ ਬੱਚਿਆਂ ਲਈ ਹੈ, ਜਿਸ ਦੇ ਅੰਦਰ ਮੈਂ ਦੋ ਹਿੱਸੇ ਦੇ ਅੰਦਰ ਤੁਹਾਨੂੰ ਸਮਝਾਉਣ ਦਾ ਪ੍ਰਯਾਸ ਕਰ ਰਿਹਾ ਹਾਂ। ਦੇਖੋ, ਪਹਿਲਾ ਹਿੱਸਾ ਜੋ ਹੈ ਉਹ ਇਹ ਦੱਸੇਗਾ ਕਿ ਸਿੰਧੂ ਘਾਟੀ ਸੱਭਿਅਤਾ ਕੀ ਸੀਗੀ, ਭਾਰਤ ਦੇ ਅੰਦਰ ਇਸ ਦੀ ਖੋਜ ਕਿਵੇਂ ਹੋਈ ਔਰ ਭਾਰਤ ਦੇ ਅੰਦਰ ਇਸ ਨੂੰ ਕਦੋਂ ਤੋਂ ਮਾਨਤਾ ਮਿਲੀ। ਦੂਸਰਾ ਹਿੱਸਾ ਤੁਹਾਨੂੰ ਦੱਸੇਗਾ ਕਿ ਸਿੰਧੂ ਘਾਟੀ ਦੀ ਜੋ ਸੱਭਿਅਤਾ ਹੈ, ਇਸ ਸੱਭਿਅਤਾ ਦੇ ਲੋਕਾਂ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀਗਾ, ਸਮਾਜਿਕ ਜੀਵਨ ਕਿਸ ਤਰ੍ਹਾਂ ਦਾ ਸੀ, ਆਰਥਿਕ ਜੀਵਨ ਕਿਸ ਤਰ੍ਹਾਂ ਦਾ ਸੀ ਅਤੇ ਰਾਜਨੀਤਿਕ ਜੀਵਨ ਕਿਸ ਤਰ੍ਹਾਂ ਦਾ ਸੀਗਾ। ਦੋਨੋਂ ਹਿੱਸਿਆਂ ਨੂੰ ਆਪਾਂ ਬੜੇ ਅੱਛੇ ਤਰੀਕੇ ਨਾਲ ਸਮਝਣ ਦਾ ਪ੍ਰਯਾਸ ਕਰਾਂਗੇ ਔਰ ਦੋਨੋਂ ਹਿੱਸਿਆਂ ਨੂੰ ਇੱਕ ਇੱਕ ਕਰਕੇ ਸਮਝਣ ਦਾ ਪ੍ਰਯਾਸ ਕਰਾਂਗੇ। ਤਾਂ ਬੱਚਿਓ, ਆਪਾਂ ਫਸਟ ਟੌਪਿਕ ਪਹਿਲਾ ਹਿੱਸਾ ਸ਼ੁਰੂ ਕਰਦੇ ਹਾਂ ਸਿੰਧੂ ਘਾਟੀ ਸੱਭਿਅਤਾ ਦੇ ਬਾਰੇ। ਤਾਂ ਇਤਿਹਾਸ ਨੂੰ ਆਪਾਂ ਪੜ੍ਹਨ ਜਾ ਰਹੇ ਹਾਂ। ਤਾਂ ਇਤਿਹਾਸ ਦੇ ਅੰਦਰ ਜੋ ਡੇਟਸ ਹੈ ਉਹ ਬਹੁਤ ਮਾਇਨੇ ਰੱਖਦੀਆਂ ਨੇ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਸਮਝਾਉਣ ਦਾ ਪ੍ਰਯਾਸ ਕੀਤਾ ਹੈ ਕਿ AD ਅਤੇ BC ਦੇ ਵਿੱਚ ਕੀ ਅੰਤਰ ਸੀਗਾ। ਦੇਖੋ, ਸਕਰੀਨ ਦੇ ਉੱਪਰ ਤੁਹਾਨੂੰ ਬਿਲकुल ऊपर दिखाई दे रहा है AD और BC में क्या अंतर। यहाँ जानिए सब कुछ। ਤਾਂ AD और BC ਦਾ ਅੰਤਰ ਮੈਂ ਤੁਹਾਨੂੰ ਦੱਸੂਗਾ। AD ਦਾ ਮੀਨਿੰਗ ਹੈ ਐਨੋ ਡੋਮਿਨੋ ਔਰ BC ਦਾ ਮੀਨਿੰਗ ਹੈ ਬਿਫੋਰ ਕ੍ਰਾइस्ट। ਐਨੋ ਡੋਮਿਨੋ ਦਾ ਅਰਥ ਔਰ ਬਿਫੋਰ ਕ੍ਰਾइस्ट ਦਾ ਸਾਧਾਰਨ ਅਰਥ ਕਹੀਏ ਕਿ ਜੋ ਐਨੋ ਡੋਮਿਨੋ ਦੇ ਅੰਦਰ ਸਾਲ ਹੈ ਉਹ ਪਲੱਸ 'ਚ ਚੱਲਦੇ ਨੇ ਔਰ ਬਿਫੋਰ ਕ੍ਰਾइस्ट ਦੇ ਅੰਦਰ ਜੋ ਸਾਲ ਹੈ ਉਹ ਮਾਈਨਸ 'ਚ ਚੱਲਦੇ ਨੇ। ਤੁਸੀਂ ਆਪਣੀ ਜ਼ਿੰਦਗੀ ਜੋ ਜੀ ਰਹੇ ਹੋ ਉਹ AD ਦੇ ਅੰਦਰ ਜੀ ਰਹੇ ਹੋ, ਮਤਲਬ ਐਨੋ ਡੋਮਿਨੋ ਦੇ ਅੰਦਰ ਜੀ ਰਹੇ ਹੋ। ਜਿਸ ਤਰ੍ਹਾਂ ਅੱਜ 2021 ਚੱਲ ਰਿਹਾ ਹੈ, ਸਪੋਜ਼ ਕਰੋ ਤੁਹਾਡੀ ਉਮਰ 18 ਸਾਲ ਹੈ, 3 ਸਾਲ ਬਾਅਦ ਤੁਸੀਂ 21 ਸਾਲਾਂ ਦੇ ਹੋ ਜਾਓਗੇ ਤਾਂ ਤੁਹਾਡੀ ਜ਼ਿੰਦਗੀ ਦੇ ਅੰਦਰ 2024 ਦਾ ਸਾਲ ਚੱਲਣਾ ਸ਼ੁਰੂ ਹੋ ਜਾਏਗਾ। ਇਸ ਤਰ੍ਹਾਂ ਮਾਈਨਸ ਦੇ ਅੰਦਰ ਜੋ ਸਾਲ ਚੱਲਦੇ ਨੇ, ਉਹ ਜੋ ਐਨੋ ਡੋਮਿਨੋ ਤੋਂ ਪਹਿਲਾਂ ਸਾਲ ਗਿਣੇ ਗਏ ਉਹ ਮਾਈਨਸ ਦੇ ਅੰਦਰ ਗਿਣੇ ਗਏ ਔਰ ਉਸ ਨੂੰ ਨਾਮ ਦਿੱਤਾ ਗਿਆ ਬਿਫੋਰ ਕ੍ਰਾइस्ट। ਸਟੂਡੈਂਟ, ਇਤਿਹਾਸ ਦੀ ਗੱਲ ਕਰ ਰਹੇ ਹਾਂ ਤਾਂ ਇਤਿਹਾਸ ਦੇ ਅੰਦਰ ਇੱਕ ਗੱਲ ਹੋਰ ਮਾਇਨੇ ਰੱਖਦੀ ਹੈ, ਉਹ ਇਹ ਹੈ ਕਿ ਇਤਿਹਾਸ ਨੂੰ ਪੜ੍ਹਿਆ ਕਿਸ ਤਰ੍ਹਾਂ ਜਾਵੇ। ਤਾਂ ਇਤਿਹਾਸ ਨੂੰ ਪੜ੍ਹਨ ਦੇ 3 ਮੁੱਖ ਤਰੀਕੇ ਨੇ, ਮੈਂ ਤੁਹਾਨੂੰ ਦੱਸਣਾ ਚਾਹੂੰਗਾ। ਪਹਿਲਾ ਤਰੀਕਾ ਜੋ ਹੈ ਉਹ ਹੈ प्रागैतिहासिक काल। दूसरा तरीका जो है वो है आदिऐतिहासिक काल और तीसरा तरीका जो है वो है ऐतिहासिक काल। हुण तिन्हां दे अंदर फर्क की है ये भी जान लो। प्रागैतिहासिक काल जो है उस दे अंदर अपने कोल किसी भी सभ्यता के रिटन प्रूफ नहीं होंदे। जिस तरह आदि मानव वो आपां पत्थरां तो उन्हां बारे जानते हाँ, तो उसके कोई रिटन प्रूफ नहीं हैं, इस करके उस काल को नाम दिता गया प्रागैतिहासिक काल। दूसरा है आदिऐतिहासिक काल, वो सभ्यता जिस दे रिटन प्रूफ अवेलेबल ने पर आपां पढ़न च असमर्थ हाँ, उन्होंने आपां पढ़ नहीं पाते, तो इसनों नाम दिता जाता है आदि ऐतिहासिक काल। और तीसरा हिस्सा जो है ऐतिहासिक काल, जिसका साधारण अर्थ है कि एज ए ਉਹ ਇਤਿਹਾਸ ਜਿਸ ਦੇ ਰਿਟਨ ਪ੍ਰੂਫ ਅਵੇਲੇਬਲ ਵੀ ਹੈ ਔਰ ਆਪਾਂ ਉਸ ਨੂੰ ਪੜ੍ਹ ਵੀ ਸਕਦੇ ਹਾਂ। ਤਾਂ ਆਮ ਤੌਰ 'ਤੇ ਆਪਾਂ ਇਤਿਹਾਸ ਹੀ ਪੜ੍ਹਦੇ ਹਾਂ, ਨਾ ਤਾਂ ਪ੍ਰਾਗੈਤਿਹਾਸਿਕ ਕਾਲ ਪੜ੍ਹਦੇ, ਨਾ ਹੀ ਆਦਿ ਇਤਿਹਾਸਿਕ ਕਾਲ ਪੜ੍ਹਦੇ। ਇਸ ਲਈ ਜੋ ਇਤਿਹਾਸ ਆਪਾਂ ਪੜ੍ਹਨ ਜਾ ਰਹੇ ਹਾਂ ਸਿੰਧੂ ਘਾਟੀ ਦੀ ਸੱਭਿਅਤਾ, ਉਹਨੂੰ ਆਪਾਂ ਆਦਿ ਇਤਿਹਾਸਿਕ ਕਾਲ ਦੀ ਕੈਟਾਗਰੀ 'ਚ ਰੱਖਾਂਗੇ। ਮਤਲਬ ਐਸ ਦੇ ਰਿਟਨ ਰਿਕਾਰਡ ਆਪਣੇ ਕੋਲ ਅਵੇਲੇਬਲ ਨੇ ਪਰ ਆਪਾਂ ਇਸ ਨੂੰ ਪੜ੍ਹ ਨਹੀਂ ਸਕਦੇ। ਠੀਕ ਹੈ ਬੱਚੋ। ਹੁਣ AD ਅਤੇ BC ਵਿੱਚ ਕੀ ਅੰਤਰ ਹੈ ਮੈਂ ਤੁਹਾਨੂੰ ਸਮਝਾਇਆ। ਇਤਿਹਾਸ ਦੀਆਂ 3 ਕੈਟਾਗਰੀ ਬਾਰੇ ਵੀ ਦੱਸਿਆ, ਪ੍ਰਾਗੈਤਿਹਾਸਿਕ ਕਾਲ, ਆਦਿ ਇਤਿਹਾਸਿਕ ਕਾਲ ਅਤੇ ਇਤਿਹਾਸਿਕ ਕਾਲ। ਐਸੇ ਕੈਟਾਗਰੀ ਵਿੱਚ ਮੈਂ ਆਪਣਾ ਪਹਿਲਾ ਜੋ ਟੌਪਿਕ ਹੈ 11ਵੀਂ ਕਲਾਸ ਦੇ ਬੱਚਿਆਂ ਲਈ ਸ਼ੁਰੂ ਕਰਨ ਜਾ ਰਿਹਾ ਹਾਂ, ਇੰਡਸ ਵੈਲੀ ਸਿਵਲਾਈਜੇਸ਼ਨ, ਸਿੰਧੂ ਘਾਟੀ ਦੀ ਸੱਭਿਅਤਾ। ਬੱਚੋ, ਭਾਰਤ ਦੀ ਸਭ ਤੋਂ ਪ੍ਰਾਚੀਨ ਜੋ ਸੱਭਿਅਤਾ ਮੰਨੀ ਗਈ ਸੀਗੀ ਉਹ ਸੀਗੀ ਸਿੰਧੂ ਘਾਟੀ ਦੀ ਸੱਭਿਅਤਾ। ਸਿੰਧੂ ਘਾਟੀ ਦੀ ਸੱਭਿਅਤਾ, ਚਲੋ ਮੈਂ ਤੁਹਾਨੂੰ ਕਹਾਣੀ ਦੇ ਨਾਲ ਇਸ ਨੂੰ ਸਮਝਾਉਣ ਦਾ ਪ੍ਰਯਾਸ ਕਰਦਾ। ਧਿਆਨ ਨਾਲ ਸੁਣਿਓ।
1921 ਦੇ ਅੰਦਰ ਸਾਡੇ ਸਕੂਲ ਦੇ ਪ੍ਰਿੰਸੀਪਲ ਸੀਗੇ ਸਰ ਜੌਨ ਮਾਰਸ਼ਲ। ਸਭ ਨੇ ਨੋਟ ਕਰਨਾ ਹੈ, 1921 ਦੇ ਅੰਦਰ ਸਾਡੇ ਸਕੂਲ ਦੇ ਪ੍ਰਿੰਸੀਪਲ ਕੌਣ ਸੀਗੇ? ਸਰ ਜੌਨ ਮਾਰਸ਼ਲ। ਸਰ ਜੌਨ ਮਾਰਸ਼ਲ ਨੇ ਸਾਡੇ ਸਕੂਲ ਦੇ ਅੰਦਰ ਦੋ ਇਤਿਹਾਸ ਦੇ ਟੀਚਰ, ਇੱਕ ਦਾ ਨਾਮ ਸੀਗਾ ਰਾਖਲਦਾਸ ਬੈਨਰਜੀ ਔਰ ਦੂਸਰੇ ਦਾ ਨਾਮ ਸੀਗਾ ਦਯਾਰਾਮ ਸਾਹਨੀ। ਸਮਝ ਆ ਰਹੀ ਹੈ ਨਾ ਬੇਟਾ? ਇੱਕ ਦਾ ਨਾਮ ਸੀਗਾ ਰਾਖਲਦਾਸ ਬੈਨਰਜੀ ਔਰ ਦੂਸਰੇ ਦਾ ਨਾਮ ਸੀਗਾ ਦਯਾਰਾਮ ਸਾਹਨੀ। ਇਹਨਾਂ ਦੋਵਾਂ ਨੂੰ ਇੱਕ ਇੱਕ ਸੈਕਸ਼ਨ ਦੇਤਾ, ਇੱਕ ਏ ਸੈਕਸ਼ਨ ਔਰ ਇੱਕ ਬੀ ਸੈਕਸ਼ਨ। ਦਯਾਰਾਮ ਸਾਹਨੀ ਨੂੰ ਏ ਸੈਕਸ਼ਨ ਦਿੱਤਾ ਗਿਆ ਔਰ ਰਾਖਲਦਾਸ ਬੈਨਰਜੀ ਨੂੰ ਬੀ ਸੈਕਸ਼ਨ ਦਿੱਤਾ ਗਿਆ। ਹੁਣ ਸੁਣੋ ਅੱਗੇ ਕੀ ਹੋਇਆ। 1921 ਦੇ ਅੰਦਰ ਦਯਾਰਾਮ ਸਾਹਨੀ ਏ ਸੈਕਸ਼ਨ ਨੂੰ ਲੈ ਕੇ ਹੜੱਪਾ ਗਿਆ ਔਰ ਉੱਥੇ ਖੁਦਾਈ ਬੱਚਿਆਂ ਨਾਲ ਮਿਲ ਕੇ ਖੁਦਾਈ ਸ਼ੁਰੂ ਕਰਤੀ। ਦੇਖਿਆ ਜ਼ਮੀਨ ਦੇ ਅੰਦਰ ਬਹੁਤ ਸਾਰੇ ਅਵਸ਼ੇਸ਼ ਮਿਲਣੇ ਸ਼ੁਰੂ ਹੋ ਗਏ। ਹੜੱਪਾ ਤੋਂ 100 ਮੀਲ ਦੀ ਦੂਰੀ ਤੇ ਸੀਗਾ ਮੋਹਨਜੋਦੜੋ। ਰਾਖਲਦਾਸ ਬੈਨਰਜੀ ਆਪਣੇ ਬੀ ਸੈਕਸ਼ਨ ਨੂੰ ਲੈ ਕੇ ਮੋਹਨਜੋਦੜੋ ਗਿਆ ਔਰ ਉਸਨੇ ਮੋਹਨਜੋਦੜੋ ਦੀ ਖੁਦਾਈ ਸ਼ੁਰੂ ਕਰਤੀ। 1921 ਦੇ ਅੰਦਰ ਹੜੱਪਾ ਔਰ 1922 ਦੇ ਅੰਦਰ ਮੋਹਨਜੋਦੜੋ। ਕਹਾਣੀ ਸਮਝ ਆਈ ਬੇਟਾ? ਪ੍ਰਿੰਸੀਪਲ ਕੌਣ ਹੈ? ਸਰ ਜੌਨ ਮਾਰਸ਼ਲ। ਟੀਚਰ ਕੌਣ ਹੈ? ਸਰ ਦਯਾਰਾਮ ਸਾਹਨੀ ਅਤੇ ਰਾਖਲਦਾਸ ਬੈਨਰਜੀ। ਦਯਾਰਾਮ ਸਾਹਨੀ ਕਿੱਥੇ ਜਾ ਰਹੇ ਨੇ? ਹੜੱਪਾ। ਔਰ ਰਾਖਲਦਾਸ ਬੈਨਰਜੀ ਕਿੱਥੇ ਜਾ ਰਹੇ ਨੇ? ਮੋਹਨਜੋਦੜੋ। ਦਯਾਰਾਮ ਸਾਹਨੀ ਹੜੱਪਾ ਕਦੋਂ ਗਏ? 1921। ਔਰ ਮੋਹਨਜੋਦੜੋ ਰਾਖਲਦਾਸ ਬੈਨਰਜੀ ਕਦੋਂ ਗਏ? 1922। 1921 'ਚ ਜਦੋਂ ਦਯਾਰਾਮ ਸਾਹਨੀ ਬੱਚਿਆਂ ਨੂੰ ਲੈ ਕੇ ਖੁਦਾਈ ਕਰਨ ਲਈ ਹੜੱਪਾ ਗਏ ਤਾਂ ਖੁਦਾਈ ਕਰਦੇ ਕਰਦੇ ਬਹੁਤ ਜ਼ਿਆਦਾ ਥੱਕ ਗਏ। ਥੱਕਣ ਤੋਂ ਬਾਅਦ ਉਹਨਾਂ ਨੇ ਬੱਚਿਆਂ ਨੂੰ ਕਿਹਾ ਕਿ ਚਲੋ ਬੱਚੋ, ਹੁਣ ਤੁਹਾਨੂੰ ਮੈਂ ਨਦੀ ਦੇ ਅੰਦਰ ਇਸ਼ਨਾਨ ਕਰਨ ਲਈ ਲੈ ਕੇ ਜਾ ਰਿਹਾ ਹਾਂ। ਬੱਚੇ ਖੁਸ਼ ਹੋ ਗਏ। ਹੜੱਪਾ ਤੋਂ ਬਿਲਕੁਲ ਨਾਲ, ਜਿੱਥੇ ਖੁਦਾਈ ਹੋ ਰਹੀ ਸੀ, ਬਿਲਕੁਲ ਨਾਲ ਉੱਥੇ ਰਾਵੀ ਨਦੀ ਵਹਿ ਰਹੀ ਸੀਗੀ। ਬੱਚਿਆਂ ਨੇ ਬਹੁਤ ਖੁਸ਼ੀ ਨਾਲ ਰਾਵੀ ਨਦੀ 'ਚ ਇਸ਼ਨਾਨ ਕੀਤਾ। ਉਸੇ ਤਰ੍ਹਾਂ 1922 'ਚ ਜਦੋਂ ਖੁਦਾਈ ਸ਼ੁਰੂ ਹੋਈ ਮੋਹਨਜੋਦੜੋ ਦੀ, ਤਾਂ ਉੱਥੋਂ ਦੇ ਬੱਚਿਆਂ ਨੇ ਵੀ ਇੱਕ ਨਦੀ 'ਚ ਇਸ਼ਨਾਨ ਕੀਤਾ ਜਿਸ ਦਾ ਨਾਮ ਸੀਗਾ ਸਿੰਧੂ ਨਦੀ। ਹੁਣ ਦੇਖੋ ਬੱਚੋ, ਇਸ ਕਹਾਣੀ ਤੋਂ ਕੀ ਸਮਝ ਆਇਆ? ਇਸ ਕਹਾਣੀ ਤੋਂ ਆਪਾਂ ਨੂੰ ਦੋ ਚੀਜ਼ਾਂ ਸਮਝ ਆਈਆਂ ਕਿ ਹੜੱਪਾ ਦੀ ਖੁਦਾਈ 1921 'ਚ ਹੋਈ ਸੀਗੀ ਅਤੇ ਕਿਸ ਨੇ ਕਰਵਾਈ ਸੀਗੀ? ਦਯਾਰਾਮ ਸਾਹਨੀ ਨੇ। ਔਰ ਮੋਹਨਜੋਦੜੋ ਦੀ ਖੁਦਾਈ 1922 'ਚ ਹੋਈ ਸੀਗੀ, ਕਿਸ ਨੇ ਕਰਵਾਈ ਸੀਗੀ? ਰਾਖਲਦਾਸ ਬੈਨਰਜੀ ਨੇ। ਇਹਨਾਂ ਦੋਨਾਂ ਦਾ ਪ੍ਰਿੰਸੀਪਲ ਕੌਣ ਸੀਗਾ? ਇਹਨਾਂ ਦੋਨਾਂ ਦਾ ਪ੍ਰਿੰਸੀਪਲ ਸਰ ਜੌਨ ਮਾਰਸ਼ਲ ਸੀਗੇ। ਸਮਝ ਆਇਆ? ਹੁਣ ਇਸ ਕਹਾਣੀ ਨੂੰ ਤੁਸੀਂ ਲਾਗੂ ਕਰ ਦਿਓ ਸਿੰਧੂ ਘਾਟੀ ਦੀ ਸੱਭਿਅਤਾ ਨਾਲ। ਤਾਂ ਸਿੰਧੂ ਘਾਟੀ ਦੀ ਸੱਭਿਅਤਾ ਦੀ ਕਹਾਣੀ ਬਿਲਕੁਲ ਇਹੋ ਜਿਹੀ ਹੈ। 1921 ਦੇ ਅੰਦਰ ਭਾਰਤੀ ਪੁਰਾਤੱਤਵ ਵਿਭਾਗ ਦੇ ਅਧਿਅਕਸ਼ ਸੀਗੇ ਸਰ ਜੌਨ ਮਾਰਸ਼ਲ, ਜਿਨ੍ਹਾਂ ਨੂੰ ਮੈਂ ਪ੍ਰਿੰਸੀਪਲ ਦੇ ਤੌਰ ਤੇ ਡਿਸਕ੍ਰਾਈਬ ਕੀਤਾ। 1921 ਦੇ ਅੰਦਰ ਉਹਨਾਂ ਨੇ ਦੋ ਵਿਅਕਤੀ, ਇੱਕ ਰਾਖਲਦਾਸ ਬੈਨਰਜੀ ਔਰ ਦੂਸਰੇ ਦਯਾਰਾਮ ਸਾਹਨੀ। ਦਯਾਰਾਮ ਸਾਹਨੀ ਨੂੰ ਮੋਹਨਜੋਦੜੋ ਦੀ ਜ਼ਿੰਮੇਵਾਰੀ ਦਿੱਤੀ ਗਈ, ਦਯਾਰਾਮ ਸਾਹਨੀ ਨੂੰ ਹੜੱਪਾ ਦੀ ਜ਼ਿੰਮੇਵਾਰੀ ਦਿੱਤੀ ਗਈ ਔਰ ਰਾਖਲਦਾਸ ਬੈਨਰਜੀ ਨੂੰ ਮੋਹਨਜੋਦੜੋ ਦੀ ਜ਼ਿੰਮੇਵਾਰੀ ਦਿੱਤੀ ਗਈ। ਇਹ ਦੋਨੋਂ ਜ਼ਿੰਮੇਵਾਰੀਆਂ ਕਮਰਸ਼ 1921 ਅਤੇ 1922 'ਚ ਮਿਲੀਆਂ। ਇਹਦਾ ਮਤਲਬ 1921 'ਚ ਹੜੱਪਾ ਦੀ ਖੁਦਾਈ ਹੋਈ ਔਰ 1922 'ਚ ਮੋਹਨਜੋਦੜੋ ਦੀ ਖੁਦਾਈ ਹੋਈ। 1921 'ਚ ਜੋ ਹੜੱਪਾ ਦੀ ਖੁਦਾਈ ਹੋਈ ਹੈ, ਹੜੱਪਾ ਰਾਵੀ ਨਦੀ ਦੇ ਕਿਨਾਰੇ ਹੈ ਔਰ ਮੋਹਨਜੋਦੜੋ ਜੋ ਹੈ ਉਹ ਸਿੰਧੂ ਨਦੀ ਦੇ ਕਿਨਾਰੇ ਹੈ। ਸੰਸਾਰ ਦੀ ਸਭ ਤੋਂ ਪੁਰਾਣੀ ਸੱਭਿਅਤਾ
ਸੰਸਾਰ 'ਚ ਸਭ ਤੋਂ ਪੁਰਾਣੀਆਂ 4 ਸੱਭਿਅਤਾ ਹੋਈਆਂ ਬੱਚੋ। ਇੱਕ ਮੈਸੋਪੋਟਾਮੀਆ, ਇੱਕ ਮਿਸਰ ਦੀ ਸੱਭਿਅਤਾ, ਇੱਕ ਚੀਨ ਦੀ ਸੱਭਿਅਤਾ ਔਰ ਇੱਕ ਸਿੰਧੂ ਘਾਟੀ ਦੀ ਸੱਭਿਅਤਾ। ਤਾਂ ਆਪਾਂ ਭਾਰਤ 'ਚ ਰਹਿੰਦੇ ਹਾਂ ਤਾਂ ਆਪਾਂ ਸਿੰਧੂ ਘਾਟੀ ਦੀ ਸੱਭਿਅਤਾ ਦਾ ਹੀ ਜ਼ਿਕਰ ਕਰਾਂਗੇ। ਸਿੰਧੂ ਘਾਟੀ ਦੀ ਜੋ ਸੱਭਿਅਤਾ ਹੈ ਉਹ ਭਾਰਤ ਦੀ ਔਰ ਸੰਸਾਰ ਦੀ ਸਭ ਤੋਂ ਵਿਸ਼ਾਲ ਅਤੇ ਪ੍ਰਾਚੀਨ ਸੱਭਿਅਤਾ ਮੰਨੀ ਗਈ ਹੈ। ਸੱਭਿਅਤਾ ਦਾ ਅਰਥ ਹੈ ਅਜਿਹੀ ਸੱਭਿਅਤਾ ਜਿਸ ਨੂੰ ਸ਼ਹਿਰ ਵਸਾਉਣੇ ਆਉਂਦੇ ਸਨ, ਜਿਸ ਨੂੰ ਪੱਕੀ ਇੱਟਾਂ ਨਾਲ ਮਕਾਨ ਬਣਾਉਣੇ ਆਉਂਦੇ ਸਨ, ਵੱਡੇ ਵੱਡੇ ਸ਼ਹਿਰਾਂ ਦਾ ਨਿਰਮਾਣ ਕੀਤਾ ਗਿਆ, ਇੱਕ ਪ੍ਰੋਪਰ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਜੀਵਨ ਵੀ ਸ਼ੁਰੂ ਕੀਤਾ ਗਿਆ। ਤਾਂ ਆਪਣਾ ਜੋ ਟੌਪਿਕ ਹੈ ਇੰਡਸ ਵੈਲੀ ਸਿਵਲਾਈਜੇਸ਼ਨ, ਆਪਣਾ ਜੋ ਟੌਪਿਕ ਹੈ ਇੰਡਸ ਵੈਲੀ ਸਿਵਲਾਈਜੇਸ਼ਨ, ਉਹ ਸੰਸਾਰ ਦੀ ਸਭ ਤੋਂ ਪ੍ਰਾਚੀਨ ਸੱਭਿਅਤਾ ਦੇ ਅੰਦਰ ਗਿਣਿਆ ਗਿਆ। ਸਕਰੀਨ ਤੇ ਤੁਹਾਨੂੰ ਦੂਜੇ ਨੰਬਰ ਤੇ ਦਿਖਾਈ ਦੇ ਰਿਹਾ ਹੋਏਗਾ ਇੰਡਸ ਵੈਲੀ ਸਿਵਲਾਈਜੇਸ਼ਨ, ਮਤਲਬ ਸਿੰਧੂ ਘਾਟੀ ਦੀ ਸੱਭਿਅਤਾ। ਤਾਂ ਸਿੰਧੂ ਘਾਟੀ ਦੀ ਸੱਭਿਅਤਾ ਦੇ ਕੁੱਲ 4 ਨਾਮ ਰੱਖੇ ਗਏ। ਪਹਿਲਾ ਨਾਮ ਸੀਗਾ ਹੜੱਪਾ ਸੱਭਿਅਤਾ, ਨੋਟ ਕਰੋ ਬੱਚੋ। ਦੂਸਰਾ ਨਾਮ ਸੀਗਾ ਸਿੰਧੂ ਘਾਟੀ ਦੀ ਸੱਭਿਅਤਾ। ਤੀਸਰਾ ਨਾਮ ਸੀਗਾ ਕਾਂस्य युगीन ਸੱਭਿਅਤਾ ਔਰ ਚੌਥਾ ਨਾਮ ਸੀਗਾ ਆਰਿਆ ਪੂਰਵ ਸ਼ਹਿਰੀ ਸੱਭਿਅਤਾ। ਇਹਦਾ ਸਭ ਤੋਂ ਪ੍ਰਾਚੀਨ ਨਾਮ ਸੀਗਾ ਹੜੱਪਾ ਸੱਭਿਅਤਾ, ਕਿਉਂਕਿ ਸਭ ਤੋਂ ਪਹਿਲਾਂ ਕਿਹੜੇ ਸ਼ਹਿਰ ਦੀ ਖੁਦਾਈ ਹੋਈ ਸੀਗੀ? ਹੜੱਪਾ ਸ਼ਹਿਰ ਦੀ ਖੁਦਾਈ ਹੋਈ ਸੀਗੀ। ਦੂਸਰਾ ਨਾਮ ਸੀਗਾ ਸਿੰਧੂ ਘਾਟੀ ਦੀ ਸੱਭਿਅਤਾ, ਕਿਉਂਕਿ ਇਹਦੇ ਬਾਕੀ ਸਥਾਨ ਸਿੰਧੂ ਨਦੀ ਦੇ ਕਿਨਾਰੇ ਕਿਨਾਰੇ ਮਿਲੇ, ਤਾਂ ਇਤਿਹਾਸਕਾਰਾਂ ਨੇ ਇਸ ਦਾ ਨਾਮ ਸਿੰਧੂ ਘਾਟੀ ਦੀ ਸੱਭਿਅਤਾ ਰੱਖਿਆ। ਤੀਸਰਾ ਨਾਮ ਸੀਗਾ ਕਾਂस्य युगीन ਸੱਭਿਅਤਾ, ਮਤਲਬ ਇਸ ਦੇ ਜੋ ਆਪਾਂ ਨੂੰ ਬਰਤਨ ਮਿਲੇ ਜਾਂ ਜੋ ਵੀ ਮੂਰਤੀਆਂ ਮਿਲੀਆਂ ਜਾਂ ਸਮਾਨ ਮਿਲਿਆ ਉਹ ਮੈਕਸੀਮਮ ਕਾਂਸੇ ਦਾ ਬਣਿਆ ਹੋਇਆ ਸੀਗਾ। ਅਤੇ ਚੌਥਾ ਨਾਮ ਸੀਗਾ ਆਰਿਆ ਪੂਰਵ ਸ਼ਹਿਰੀ ਸੱਭਿਅਤਾ, ਆਰਿਆ ਤੋਂ ਪਹਿਲਾਂ ਦੀ ਸ਼ਹਿਰੀ ਸੱਭਿਅਤਾ। ਤੁਸੀਂ ਦੇਖ ਸਕਦੇ ਹੋ ਸਟੂਡੈਂਟਸ ਕਿ ਤੀਸਰੇ ਨੰਬਰ ਦੀ ਜੋ ਸਲਾਈਡ ਹੈ ਹੜੱਪਾ ਸੱਭਿਅਤਾ, ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਣਾ ਚਾਹੂँਗਾ। देखो जो ऑरेंज वाला हिस्सा दिखाई दे रहा है तिकोना, ਇਹਦੇ ਅੰਦਰ ਮੋਹਨਜੋਦੜੋ, ਹੜੱਪਾ ਅਤੇ ਬਹੁਤ ਸਾਰੇ ਨਾਮ, ਮੈਕਸਿਮਮ ਗੁਜਰਾਤ, ਭਾਰਤ ਦੇ ਅੰਦਰ ਗੁਜਰਾਤ ਦੇ ਵੀ ਕੁਝ ਇਲਾਕੇ ਸ਼ੋ ਹੋ ਰਹੇ ਹੈ। ਤਾਂ ਬਹੁਤ ਜ਼ਿਆਦਾ ਹਿੱਸਾ ਜੋ ਹੈ ਉਹ ਸਿੰਧੂ ਘਾਟੀ ਸੱਭਿਅਤਾ ਦੇ ਅਲੱਗ-ਅਲੱਗ ਸਥਾਨਾਂ ਦੇ ਅੰਦਰ ਆਇਆ। ਤੀਸਰੇ ਹਿੱਸੇ ਦੇ ਅੰਦਰ ਮੈਪ ਦੇ ਅੰਦਰ ਧਿਆਨ ਨਾਲ ਦੇਖੋ, ਉੱਤਰ ਪੱਛਮ ਭਾਰਤ, ਉੱਤਰ ਪੱਛਮ ਭਾਰਤ ਦਾ ਇੱਕ ਬਹੁਤ ਵੱਡਾ ਹਿੱਸਾ ਸਿੰਧੂ ਘਾਟੀ ਸੱਭਿਅਤਾ ਨੇ ਤਿਕੋਨੇ ਰੂਪ 'ਚ ਕਵਰ ਕੀਤਾ ਹੋਇਆ ਸੀਗਾ। ਤਾਂ ਇਸ ਸੱਭਿਅਤਾ ਦਾ ਜੋ ਆਕਾਰ ਸੀਗਾ ਉਹ ਤਿਕੋਨਾ ਮੰਨਿਆ ਗਿਆ। ਟਾਈਮ ਪੀਰੀਅਡ ਦੇ ਰੱਖਿਆ 3250 BC ਤੋਂ 1750 BC। ਆਮ ਤੌਰ 'ਤੇ ਇਤਿਹਾਸਕਾਰਾਂ ਨੇ ਇਸ ਦਾ ਟਾਈਮ ਪੀਰੀਅਡ ਇਹੀ ਮੰਨਿਆ ਹੈ। ਇਹ ਜੋ ਸਲਾਈਡਾਂ ਹੈ ਕੁਛ ਹਿੰਦੀ 'ਚ ਹੈ, ਕੁਛ ਇੰਗਲਿਸ਼ 'ਚ ਹੈ, ਪਰ ਮੈਂ ਜੋ ਐਕਸਪਲੇਨੇਸ਼ਨ ਕਰ ਰਿਹਾ ਬੇਟਾ ਤੁਹਾਡੇ ਲਈ ਪੰਜਾਬੀ 'ਚ ਕਰ ਰਿਹਾ ਤਾਂ ਕਿ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਏ। civilization emerged on the Indus. Indus Valley civilization influenced an area larger than Mesopotamia or Egypt. ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸੰਸਾਰ ਦੀਆਂ 4 ਪ੍ਰਾਚੀਨ ਸੱਭਿਅਤਾਵਾਂ ਸੀਗੀਆਂ, ਇੱਕ ਮੈਸੋਪੋਟਾਮੀਆ, ਇੱਕ ਮਿਸਰ ਦੀ ਸੱਭਿਅਤਾ, ਇੱਕ ਚੀਨ ਦੀ। ਤਾਂ ਸਭ ਤੋਂ ਵੱਡੀ ਜੋ ਸੱਭਿਅਤਾ ਮੰਨੀ ਗਈ ਇਨਫਲੂਐਂਸਡ ਐਨ ਏਰੀਆ ਲਾਰਜਰ ਦੈਨ ਮੈਸੋਪੋਟਾਮੀਆ ਔਰ ਇਜਿਪਟ, ਯਾਨੀ ਕਿ ਮੈਸੋਪੋਟਾਮੀਆ ਔਰ ਇਜਿਪਟ ਤੋਂ ਵੀ ਵੱਡੀ ਜੋ ਸੱਭਿਅਤਾ ਸੀਗੀ ਉਹ ਇੰਡਸ ਵੈਲੀ ਸਿਵਲਾਈਜੇਸ਼ਨ ਮੰਨੀ ਗਈ। ਅਰਲੀਐਸਟ ਅਰਾਈਵਲਸ ਅਬਾਊਟ 7000 BCE, ਲਗਭਗ 7000 BC ਦੇ ਅੰਦਰ। ਐਵੀਡੈਂਸ ਆਫ ਐਗਰੀਕਲਚਰ ਐਂਡ ਡੋਮੈਸਟਿਸਾਈਜ਼ਡ ਐਨੀਮਲਸ, ਯਾਨੀ ਕਿ ਇਹਨਾਂ ਨੇ ਖੇਤੀਬਾੜੀ ਵੀ ਸ਼ੁਰੂ ਕਰਤੀ ਔਰ ਪਸ਼ੂ ਪਾਲਣ ਵੀ ਸ਼ੁਰੂ ਕਰ ਦਿੱਤਾ ਸੀਗਾ। ਆਮ ਤੌਰ 'ਤੇ 7000 BC ਦੇ ਅੰਦਰ, ਅੱਜ ਤੋਂ ਲਗਭਗ 9000 ਸਾਲ ਪਹਿਲਾਂ ਇਹਨਾਂ ਨੇ ਐਗਰੀਕਲਚਰ ਔਰ ਪਸ਼ੂ ਪਾਲਣ ਵੀ ਸ਼ੁਰੂ ਕਰ ਦਿੱਤਾ ਸੀਗਾ। ਬਾਈ 3200 BCE ਪੀਪਲ ਫਾਰਮਿੰਗ ਇਨ ਵਿਲੇजेस ਅਲੋਂਗ ਇੰਡਸ ਰਿਵਰ। ਤਾਂ 3200 BCE ਦੇ ਅੰਦਰ ਜੋ ਲੋਕ ਹੈ ਫਾਰਮਿੰਗ ਕਰ ਰਹੇ ਪਿੰਡਾਂ ਦੇ ਅੰਦਰ, ਠੀਕ ਹੈ, ਇੰਡਸ ਰਿਵਰ ਦੇ ਆਸ-ਪਾਸ। ਆ ਦੇਖੋ ਇੱਕ ਆਪਾਂ ਨੂੰ
खिलौना मिले जिसके अंदर बैल है और जो हल ਉਹਦੇ मतलब बैल का काम आम तौर ਤੇ हल खिंचਣ ਦਾ ਸੀਗਾ। ਔਰ ਇਸ ਖਿਡੌਣੇ ਤੋਂ ਸ਼ੋ ਹੋ ਰਿਹਾ ਕਿ ਉਹਨਾਂ ਨੇ ਬੈਲਾਂ ਦਾ ਪ੍ਰਯੋਗ ਆਵਾਜਾਈ ਦੇ ਸਾਧਨਾਂ ਲਈ ਅਤੇ ਹਲ ਦੇ ਲਈ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਧਿਆਨ ਨਾਲ ਦੇਖੋ। ਅਗਲੇ ਸਲਾਈਡ ਦੇ ਅੰਦਰ ਆ ਰਿਹਾ ਇੰਡਸ ਔਰ ਹੜੱਪਨ ਸਿਵਲਾਈਜੇਸ਼ਨ। अर्ली civilization in India developed in the Indus River Valley। ਸਭ ਤੋਂ ਪ੍ਰਾਚੀਨ ਸੱਭਿਅਤਾ ਹੈ ਜੋ ਸਿੰਧੂ ਘਾਟੀ ਦੇ ਸਿੰਧੂ ਨਦੀ ਦੇ ਕਿਨਾਰੇ ਬਣੀ ਸੀਗੀ। A civilization flourished then from 3000 to 1500 BC, यानी 3000 ਤੋਂ ਲੈ ਕੇ 1500 BC ਤੱਕ ਇਹ ਸੱਭਿਅਤਾ ਹੋਂਦ 'ਚ ਆਈ ਹੈ। मतलब उन्नत हिस्सा जो होंद च आया है। हालांकि ये 7000 BC तो भी पहला है, परंतु इसका जो उन्नत हिस्सा है वो 3000 to 1500 BC तक होंद च रहा। आर्कियोलॉजिस्ट हैव फाउंड रिमेन्स ऑफ ओवर 1000 सेटलमेंट्स इन दिस एरिया। पुरातात्विक खोजकर्ता जो होंदे ने वो इन्हां नूं बहुत सारे हिस्से अजिहे मिले और इन्होंने पता लग्या कि हज़ारां वार सभ्यता काफ़ी बार बहुत बार इस सभ्यता ने मतलब हज़ारां सालों के अंदर तरक्की की। कई बारी सभ्यता नष्ट हुई फिर नवी बनी, फिर नष्ट हुई फिर नवी बनी। तो बहुत ज़्यादा इस सभ्यता ने सैकड़ों सालों तक अपनी सैटलमेंट जारी रखी सीगी। संघर्ष के नवे नवे तरीके ਲੱਭੇ ਸੀਗੇ। अगली स्लाइड्स के अंदर आप देखते हैं इंडस और हड़प्पन सिविलाइजेशन। टू साइट्स हैव ruins ऑफ द मेजर सिटीज़ हड़प्पा एंड मोहनजोदड़ो। बेटा अज तक आपां नूं 300 तो ज़्यादा सेंटर मिले है ਜਿਹੜੇ हड़प्पा सभ्यता नाल संबंधित ने, पर दो मेजर सिटी है, एक हड़प्पा तो एक मोहनजोदड़ो। यानी मेजर सिटी का अर्थ है बहुत वड्डे वड्डे शहर, एक हड़प्पा और दूसरा मोहनजोदड़ो। ये आपां नूं मिले ने दो वड्डे शहरां दी फॉर्म च। इंडस और हड़प्पा सिविलाइजेशन, द एडवांस सिविलाइजेशन दैट फ्लरिश्ड for hundreds of years in these cities is called the हड़प्पन और इंडस सिविलाइजेशन। एक एडवांस सभ्यता जिहड़ी कि सैकड़ों सालों जिन्हां ने हड़प्पा शहर वर्गी सभ्यता बनाई, उसनूं ही सिंधु घाटी सभ्यता का नाम दिता गया। एक बहुत वड्डे शहर, बहुत वड्डे वड्डे शहर तुसीं देख रहे हो पिक्चर के अंदर, हड़प्पा शहर की पिक्चर है। हालांकि ये काफ़ी टाइम पहला ये शहर नष्ट भी हो गए सीगे। 1856 च जदों मुल्तान तो कराची की रेलवे लाइन पाई जा रही सी, तो इस शहर का एक बहुत वड्डा हिस्सा जो पक्कियां इट्टां दा सीगा वो कंक्रीट के रूप में उस रेलवे लाइन के अंदर विछा दिता गया सीगा। फिर भी एक बहुत वड्डा हिस्सा नष्ट हो जाने के बावजूद भी आपां नूं बहुत वड्डे रिमेन्स मिले। अगली स्लाइड है कि हड़प्पन कल्चर नाल संबंधित है कि इंडस वैली सिविलाइजेशन नो डेजर्ट। इन्हां लोगों ने रेगिस्तान नूं बहुत घट यूज़ किया, यानी कि रेगिस्तानी इलाकों के अंदर इन्होंने रहना पसंद नहीं किया। ये नदी के किनारे रहना पसंद करते सीगे। वैल वाटर्ड एंड हैवली फॉरेस्टेड, यानी कि जिथे बहुत अच्छी संख्या पानी भी मिल सके और बहुत वड्डे वड्डे जंगल भी होन, उत्थे इस सभ्यता के लोग रहना पसंद करते सीगे। 500 माइल्स अलोंग द रिवर वैली, एक बहुत वड्डा इलाका नदी का, 500 मील का इलाका लगभग लंबा इलाका, वो इस सभ्यता ने कवर कर रखा सीगा। 10-20 गुना वड्डा, लार्जर दैन मैसोपोटामिया और इजिप्ट, यानी कि 10 to 20 टाइम्स लार्जर दैन मैसोपोटामिया और इजिप्ट। यानी मैसोपोटामिया और इजिप्ट की सभ्यता तो भी 10 ਅਤੇ 20 गुना वड्डा इलाका इस सभ्यता ने कवर कर रखा सीगा। प्लांट सिटीज़, ਇੱਥੇ ਤੁਸੀਂ देखो कि
ਸਿਟੀ ਦਾ ਇੱਕ ਬਹੁਤ ਵੱਡੀ ਵਧੀਆ ਪਿਕਚਰ ਤੁਹਾਨੂੰ ਮੈਂ ਦਿਖਾਉਣ ਦਾ ਪ੍ਰਯਾਸ ਕਰ ਰਿਹਾ। ਇੱਕ ਬਹੁਤ ਵਧੀਆ ਤਰੀਕੇ ਨਾਲ ਪਲਾਨ ਸਿਟੀਜ਼ ਇਹਨਾਂ ਨੇ ਬਣਾਈਆਂ ਸੀਗੀਆਂ ਅੱਜ ਤੋਂ 2500 ਸਾਲ ਪਹਿਲਾਂ। ਔਰ ਉਹ ਜੋ ਸਿਟੀ ਸੀਗੀਆਂ ਬਾਈ 2500 BC ਪੀਪਲ ਬਿਲਡਸ ਸਿਟੀਜ਼ ਆਫ ਬ੍ਰਿਕ ਲੇਡ ਆਊਟ ਔਨ ਐਨ grid system. Engineers create plumbing and sewage system. Indus Valley called Harappan civilization after Harappa a city. देखो ਇਸ ਸਿਟੀ ਦੇ ਅੰਦਰ ਸੀਵਰੇਜ ਸਿਸਟਮ ਬਹੁਤ ਅੱਛਾ ਸੀਗਾ, ਨਾਲੀਆਂ ਦੀ ਵਿਵਸਥਾ ਸੀਗੀ, ਪੱਕੀ ਇੱਟਾਂ ਦੇ ਮਕਾਨ ਬਣਾਏ ਗਏ ਸਨ। ਨਗਰ ਦੇ ਦੋ ਹਿੱਸੇ ਸੀਗੇ, ਤੁਹਾਨੂੰ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ। ਉਹ ਦੂਰ ਇੱਕ ਹਿੱਸਾ ਜਿਹੜਾ ਉਚਾਈ ਤੇ ਬਣਿਆ ਹੈ ਔਰ ਇੱਕ ਆ ਜੋ ਤੁਹਾਨੂੰ ਫੋਟੋ ਦੇ ਬਿਲਕੁਲ ਕਲੋਜ਼ ਦਿਖਾਈ ਦੇ ਰਿਹਾ ਹੈ। ਜੋ ਦੂਰ ਬਣਿਆ ਹਿੱਸਾ ਉਸ ਨੂੰ ਗੜੀ ਕਹਿੰਦੇ ਸਨ। ਉੱਚਾ ਹਿੱਸਾ ਸੀਗਾ, ਖਾਸ ਲੋਕ ਰਹਿੰਦੇ ਸੀਗੇ ਔਰ ਆਮ ਲੋਕਾਂ ਲਈ ਨਿਚਲਾ ਨਗਰ ਬਣਾਇਆ ਗਿਆ ਸੀਗਾ ਔਰ ਆਮ ਲੋਕਾਂ ਦੇ ਮਕਾਨ ਇਸ ਨਿਚਲੇ ਨਗਰ ਦੇ ਅੰਦਰ ਹੀ ਸਥਾਪਿਤ ਕੀਤੇ ਗਏ ਸਨ। ਹੜੱਪਨ ਪਲਾਨਿੰਗ ਸਿਟੀ ਬਿਲਟ ਔਨ ਮਡ ਬ੍ਰਿਕ ਪਲੇਟਫਾਰਮ ਟੂ ਪ੍ਰੋਟੈਕਟ ਅਗੇਂਸਟ ਫਲੱਡ ਵਾਟਰਸ। ਦੇਖੋ ਕਿੰਨਾ ਸ਼ਾਨਦਾਰ ਨਮੂਨਾ ਸੀਗਾ ਸਿਟੀ ਦਾ ਕਿ ਜੋ ਸ਼ਹਿਰ ਬਣਾਏ ਗਏ ਸੀਗੇ ਉਹ ਮਡ ਬ੍ਰਿਕ ਪਲੇਟਫਾਰਮ ਮਤਲਬ ਇੱਕ ਪੱਕੀਆਂ ਇੱਟਾਂ ਤੋਂ ਬਣਾਏ ਗਏ ਸੀਗੇ ਔਰ ਇੱਕ ਇਹੋ ਜਿਹਾ ਉੱਚਾ ਪਲੇਟਫਾਰਮ ਸੀਗਾ ਟੂ ਪ੍ਰੋਟੈਕਟ ਅਗੇਂਸਟ ਫਲੱਡ ਵਾਟਰ ਜੋ ਕਿ ਉਹਨਾਂ ਨੂੰ ਬਾੜ ਦੇ ਪਾਣੀ ਤੋਂ ਬਚਾਉਂਦਾ ਸੀਗਾ। ਬ੍ਰਿਕਸ ਵਾਲ ਪ੍ਰੋਟੈਕਟ ਸਿਟੀ ਐਂਡ ਸਿਟਾਡਲ ਸੈਂਟਰਲ ਬਿਲਡਿੰਗ ਆਫ ਦਾ ਸਿਟੀ। ਦੀਵਾਰਾਂ ਬ੍ਰਿਕ ਵਾਲਸ ਇੱਟਾਂ ਦੀ ਇੱਕ ਬਹੁਤ ਵੱਡੀ ਦੀਵਾਰ ਬਣਾਈ ਗਈ ਸੀਗੀ ਜਿਹੜੀ ਕਿ ਸਿਟੀ ਅਤੇ ਸਿਟਾਡਲ ਮਤਲਬ ਗੜੀ ਜੋ ਮੈਂ ਉੱਚਾ ਹਿੱਸਾ ਦੂਰ ਦਾ ਹਿੱਸਾ ਉਹਨੇ ਤੁਹਾਨੂੰ ਦੱਸ ਕੇ ਹਟਿਆ। ਸੈਂਟਰਲ ਬਿਲਡਿੰਗ ਆਫ ਦਾ ਸਿਟੀ। ਸਟਰੀਟਸ ਇਨ ਗ੍ਰਿਡ ਸਿਸਟਮ ਆਰ 30 ਫੀਟ ਵਾਈਡ। ਜੋ ਗਲੀਆਂ ਸੀਗੀਆਂ ਲਗਭਗ 30 ਫੀਟ ਚੌੜੀਆਂ ਗਲੀਆਂ ਬਣਾਈਆਂ ਗਈਆਂ ਸੀਗੀਆਂ। ਲੇਨ ਸੈਪਰੇਟ ਰੋਜ਼ ਆਫ ਹਾਊਸਿਸ ਔਰ ਹਰ ਘਰ ਦੇ ਬਾਹਰ ਅਲੱਗ-ਅਲੱਗ ਗਲੀਆਂ ਦਾ ਨਿਰਮਾਣ ਕੀਤਾ ਗਿਆ ਸੀਗਾ। ਵਿਚ ਫੀਚਰਸ ਬਾਥਰੂਮਸ ਹਰੇਕ ਘਰ ਦੇ ਅੰਦਰ ਅਲੱਗ-ਅਲੱਗ ਬਾਥਰੂਮ ਦੀ ਵਿਵਸਥਾ ਵੀ ਕਰ ਰੱਖੀ ਸੀਗੀ। ਦੇਖੋ ਅੱਜ ਤੋਂ 2500 ਸਾਲ ਪਹਿਲਾਂ ਕਿੰਨੇ ਸ਼ਾਨਦਾਰ ਨਗਰਾਂ ਦਾ ਨਿਰਮਾਣ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਹੈ ਬੇਟਾ ਮੋਨੂਮੈਂਟਲ ਆਰਕੀਟੈਕਚਰਲ ਵੈਰੀ ਲਾਰਜ ਸਕੇਲ ਬਿਲਡਿੰਗ। ਬਹੁਤ ਵੱਡੇ ਸਕੇਲ 'ਤੇ ਬਿਲਡਿੰਗਸ ਬਣਾਈ ਗਈਆਂ। ਵਾਲਡ ਸਿਟੀਜ਼ ਜੋ ਦੀਵਾਰਾਂ ਨਾਲ ਕਵਰ ਕਰਕੇ ਸ਼ਹਿਰ ਬਣਾਏ ਗਏ, ਕਿਲ੍ਹਾਨੁਮਾ ਸ਼ਹਿਰ ਬਣਾਏ ਗਏ ਵਿਦ ਫੋਰਟੀਫਾਈਡ ਸਿਟਾਡਲਸ। ਦੇਖੋ ਸਿਟਾਡਲ ਗੜੀ ਜਾਂ ਦੁਰਗ ਮਤਲਬ ਕਿਲ੍ਹਾਨੁਮਾ ਸਿਟਾਡਲ ਬਣਾਇਆ ਗਿਆ। ਆਲਵੇਜ਼ ਔਨ ਦਾ ਸੇਮ ਸਕੇਲ ਪਲੇਸਿਸ ਟੈਂਪਲਸ। ਠੀਕ ਹੈ, ਇਸ ਪਿਕਚਰ ਦੇ ਅੰਦਰ ਬੇਟਾ ਮੈਂ ਤੁਹਾਨੂੰ ਸ਼ੋਅ ਕਰਨ ਦਾ ਪ੍ਰਯਾਸ ਕੀਤਾ ਹੈ ਕਿ ਕਿਸ ਤਰ੍ਹਾਂ ਇਸ ਸੱਭਿਅਤਾ ਦੇ ਲੋਕ ਪੱਕੀ ਇੱਟਾਂ ਦੇ ਮਕਾਨ ਔਰ ਇੱਕ ਵੱਡੇ ਸ਼ਹਿਰ ਦੇ ਅੰਦਰ ਰਹਿਣਾ ਪਸੰਦ ਕਰਦੇ ਸਨ। ਤੁਸੀਂ ਦੇਖ ਸਕਦੇ ਹੋ ਬੜੇ ਅੱਛੇ ਤਰੀਕੇ ਨਾਲ ਨਾਲੀਆਂ ਦੀ ਵਿਵਸਥਾ ਦਿਖਾਈ ਦੇ ਰਹੀ ਹੈ। ਔਰ ਅਗਲੀ ਪਿਕਚਰ ਦੇ ਅੰਦਰ ਦੇਖੋ ਦਿਸ ਇਜ਼ ਦਾ ਮੋਹਨਜੋਦੜੋ ਏਰੀਅਲ ਵਿਊ। ਇਸ ਏਰੀਅਲ ਵਿਊ ਦੇ ਅੰਦਰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਤਾਂ ਤੁਹਾਨੂੰ ਇੱਕ ਬਹੁਤ ਵੱਡਾ ਇਸ਼ਨਾਨ ਘਰ ਦਿਖਾਈ ਦੇ ਰਿਹਾ ਹੈ ਜਿਸ 'ਤੇ ਮੈਂ ਫੋਕਸ ਕਰ ਰਿਹਾ। ਔਰ ਅਗਲੀ ਪਿਕਚਰ ਦੇ ਅੰਦਰ ਮੈਂ ਤੁਹਾਨੂੰ ਅਲੱਗ 'ਤੇ ਦਿਖਾਉਣਾ ਚਾਹੂੰਗਾ ਕਿ ਇਸ਼ਨਾਨ ਘਰ ਦੀ ਕਿਸ ਤਰ੍ਹਾਂ ਮਤਲਬ ਇੰਪੋਰਟੈਂਸ ਬਣਾਈ ਗਈ ਹੈ। ਆਹ ਦੇਖੋ ਇੱਕ ਇਸ਼ਨਾਨ ਘਰ ਜਿਹੜਾ ਕਿ ਆਪਾਂ ਨੂੰ ਮੋਹਨਜੋਦੜੋ ਤੋਂ ਮਿਲਿਆ ਹੈ। ਇਸ ਇਸ਼ਨਾਨ ਘਰ ਦਾ ਮੀਨਿੰਗ ਹੈ ਕਿ ਸ਼ਾਇਦ ਉਹ ਲੋਕ ਕਿਸੇ ਤਰ੍ਹਾਂ ਨਾਲ ਧਾਰਮਿਕ ਇਸ਼ਨਾਨ ਦੇ ਅੰਦਰ ਵਿਸ਼ਵਾਸ ਕਰਦੇ ਸਨ। ਤਾਂ ਮੋਹਨਜੋਦੜੋ ਦੇ ਅੰਦਰ ਅੱਜ ਦੇ ਟਾਈਮ ਦਾ ਇੱਕ ਸਵਿਮਿੰਗ ਪੂਲ ਆਪਾਂ ਨੂੰ ਮਿਲਿਆ ਹੈ ਜਿਸ ਨੂੰ ਵਿਸ਼ਾਲ ਇਸ਼ਨਾਨ ਘਰ ਕਿਹਾ ਗਿਆ ਹੈ। ਔਰ ਉਹ ਵਿਸ਼ਾਲ ਇਸ਼ਨਾਨ ਘਰ ਉਸ ਵੇਲੇ ਦਾ ਇੱਕ ਬਹੁਤ ਵੱਡਾ ਇਸ਼ਨਾਨ ਘਰ ਸੀਗਾ ਜਿਸ ਨੂੰ ਏਰੀਅਲ ਵਿਊ ਦੇ ਅੰਦਰ ਮੈਂ ਅਲੱਗ ਤੌਰ 'ਤੇ ਦਿਖਾਇਆ ਹੈ। ਆਹ ਦੇਖੋ ਏਰੀਅਲ ਵਿਊ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੋਹਨਜੋਦੜੋ ਇੱਕ ਸ਼ਾਨਦਾਰ ਨਗਰ ਦਾ ਕੰਮ ਕਰ ਰਿਹਾ। ਔਰ ਇਸ ਵਿਊ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਗ੍ਰੇਟ ਬਾਥ। ਠੀਕ ਹੈ, ਇਹ ਗ੍ਰੇਟ ਬਾਥ ਆਪਾਂ ਨੂੰ ਕਿੱਥੋਂ ਮਿਲਿਆ? ਮੋਹਨਜੋਦੜੋ ਤੋਂ। ਥੈਂਕਸ ਬੇਟਾ। ਇਸ ਸਲਾਈਡ ਦੇ ਅੰਦਰ ਮੈਂ ਸਿਰਫ ਤੁਹਾਨੂੰ ਇੰਨੇ ਹਿੱਸੇ ਦੀ ਹੀ ਐਕਸਪਲੇਨੇਸ਼ਨ ਕਰ ਪਾਊਂਗਾ। ਦੂਸਰਾ ਹਿੱਸਾ ਜੋ ਬਹੁਤ ਜਲਦੀ ਮੈਂ ਤੁਹਾਡੇ ਲਈ ਲੈ ਕੇ ਆ ਰਿਹਾ ਜਿਹਦੇ ਅੰਦਰ ਸਿੰਧੂ ਘਾਟੀ ਸਭਿਅਤਾ ਦੇ ਲੋਕਾਂ ਦਾ ਜੀਵਨ ਮੈਂ ਸ਼ੋਅ ਕਰੂੰਗਾ। ਜੀਵਨ ਕਹਿਣ ਦਾ ਅਰਥ ਹੈ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਜੀਵਨ ਸ਼ੋਅ ਕਰਨ ਦਾ ਪ੍ਰਯਾਸ ਕਰੂੰਗਾ। ਥੈਂਕਸ। ਨੈਕਸਟ ਟਾਈਮ ਮੈਂ ਹੋਰ ਵੀ ਅੱਛੇ ਤਰੀਕੇ ਨਾਲ ਐਕਸਪਲੇਨ ਕਰਨ ਦਾ ਪ੍ਰਯਾਸ ਕਰੂੰਗਾ। ਥੈਂਕਸ ਸਟੂਡੈਂਟਸ।